ਕਿਸ਼ਤ 200 ਪਹਿਲੀ। ਅਦਾਲਤ ਦੀ ਅਗਲੀ ਤਾਰੀਖ ਵੀ ਆ ਗਈ ਸੀ। ਮੇਰੇ ਲਈ ਇਹ ਦਿਨ ਫੈਸਲਾਕੁੰਨ ਦਿਨ ਸੀ, ਕਿਉਂਕਿ ਅਦਾਲਤ ਦੇ ਹੁਕਮ ਅਨੁਸਾਰ ਦੂਜੀ ਧਿਰ ਨੂੰ ਇਸ ਤਾਰੀਖ 'ਤੇ ਆਪਣੇ ਗਵਾਹ ਪੇਸ਼ ਕਰਨੇ ਹੀ ਪੈਣੇ ਸਨ। ਜਦ ਮੈਂ ਵਕੀਲ ਦੇ ਚੈਂਬਰ ਵਿੱਚ ਪੁੱਜਾ ਤਾਂ ਉਹ ਮੈਨੂੰ ਜਾਂਦੇ ਨੂੰ ਹੀ ਕੁਝ ਕਾਗਜ਼ ਫੜਾਉਂਦਾ ਹੋਇਆ ਬੋਲਿਆ, "ਦੋ ਗਵਾਹ ਆਉਣੇ ਨੇ ਅੱਜ ਗਵਾਹੀ ਦੇਣ ਵਾਸਤੇ, ਉਹਨਾਂ ਦੇ ਨਾਂ ਤੇ ਪਤੇ ਪੜ੍ਹ ਲੈ।" ਇੱਕੋ ਦਮ ਮੇਰੇ ਸਿਰ 'ਤੇ ਪਹਾੜ ਟੁੱਟ ਪਿਆ ਸੀ, ਕਿਉਂਕਿ ਮੈਨੂੰ ਉਮੀਦ ਸੀ ਕਿ ਕੋਈ ਵੀ ਗਵਾਹ ਆਉਣਾ ਨਹੀਂ ਹੈ। ਇਸ ਲਈ ਸ਼ਾਇਦ ਗੁਰਨੇਕ ਝਗੜਾ ਅੱਗੇ ਨਾ ਵਧਾਉਣ ਬਾਰੇ ਆਖ ਕੇ ਕੇਸ ਵਾਪਸ ਲੈਣ ਲਈ ਕਹਿ ਦੇਵੇਗਾ। ਦੋ ਗਵਾਹਾਂ ਦਾ ਆਉਣਾ ਮੇਰੇ ਲਈ ਇੱਕ ਬੜਾ ਵੱਡਾ ਝਟਕਾ ਸੀ। ਜਦ ਮੈਂ ਕੰਬਦੇ ਹੱਥਾਂ ਨਾਲ ਕਾਗਜ਼ 'ਤੇ ਦੋਵੇਂ ਨਾਂ ਪੜ੍ਹੇ ਤਾਂ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਦੋਵੇਂ ਬੰਦੇ ਕੌਣ ਸਨ। ਮੈਂ ਕਾਫੀ ਦੇਰ ਸ਼ਸ਼ੋਪੰਜ ਵਿੱਚ ਪਿਆ ਰਿਹਾ। ਇੱਕ ਗਵਾਹ ਤਾਂ ਨਕਸ਼ਾ ਨਵੀਸ ਹੀ ਸੀ। ਇਸ ਦੀ ਗਵਾਹੀ ਦੀ ਕੋਈ ਜ਼ਿਆਦਾ ਮਹੱਤਤਾ ਨਹੀਂ ਸੀ, ਪਰ ਦੂਜਾ, ਜੋ ਸਾਡੇ ਮੁਹੱਲੇ ਦਾ ਹੀ ਵਸਨੀਕ ਸੀ, ਮੈਨੂੰ ਉਸ ਬਾਰੇ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੌਣ ਹੈ। ਕਾਫੀ ਦੇਰ ਦਿਮਾਗੀ ਘੋੜੇ ਦੜਾਉਣ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਫੋਨ ਕਰਕੇ ਸਬੰਧਤ ਆਦਮੀ ਬਾਰੇ ਦੱਸਿਆ ਤਾਂ ਉਹ ਵੀ ਉਸ ਬੰਦੇ ਬਾਰੇ ਅਣਜਾਣ ਹੀ ਸਨ। ਫਿਰ ਸਲਾਹ ਹੋਈ ਕਿ ਮੁਹੱਲੇ ਦੇ ਹੀ ਇੱਕ ਤੁਰਦੇ ਫਿਰਦੇ ਬੰਦੇ ਨੂੰ ਪੁੱਛਿਆ ਜਾਵੇ। ਜਦ ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਗਵਾਹ ਦਾ ਨਾਂ ਤੇ ਪਤਾ ਸੁਣਦੇ ਸਾਰ ਹੀ ਉਸ ਬਾਰੇ ਅਤੇ ਉਸ ਦੇ ਘਰ ਦੀਆਂ ਸਾਰੀਆਂ ਨਿਸ਼ਾਨੀਆਂ ਵੀ ਦੱਸ ਦਿੱਤੀਆਂ ਅਤੇ ਇਹ ਵੀ ਦੱਸ ਦਿੱਤਾ ਕਿ ਇਹ ਬੰਦਾ ਆਪਣੇ ਮੁਹੱਲੇ ਦੇ MC ਦਾ ਖਾਸ ਬੰਦਾ ਹੈ। ਮੈਂ MC ਨੂੰ ਫੋਨ ਮਿਲਾ ਲਿਆ ਤੇ ਉਲਾਂਭਾ ਦਿੱਤਾ ਕਿ ਤੁਹਾਡੇ ਫਲਾਣੇ ਬੰਦੇ ਨੇ ਸਾਡੇ ਵਿਰੁੱਧ ਗਵਾਹੀ ਦੇਣ ਆਉਣਾ ਹੈ। ਉਸ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਉਸ ਨਾਲ ਹੁਣੇ ਹੀ ਗੱਲ ਕਰ ਲੈਂਦਾ ਹੈ ਤੇ ਉਹ ਤੁਹਾਡੇ ਵਿਰੁੱਧ ਕਿਸੇ ਵੀ ਕੀਮਤ 'ਤੇ ਗਵਾਹੀ ਨਹੀਂ ਦੇਵੇਗਾ। ਗਵਾਹ ਦੁਪਹਿਰ ਦੇ ਖਾਣੇ ਤੋਂ ਬਾਅਦ ਭੁਗਤਾਏ ਜਾਣੇ ਸਨ। ਮੈਂ ਓਨਾ ਚਿਰ ਸੋਚਾਂ ਵਿੱਚ ਪਿਆ ਹੋਇਆ ਚੈਂਬਰ ਵਿੱਚ ਹੀ ਬੈਠਾ ਰਿਹਾ ਤੇ ਵਕੀਲ ਨੂੰ ਗਵਾਹੀ ਸੰਬੰਧੀ ਨਿੱਕੇ ਨਿੱਕੇ ਸਵਾਲ ਪੁੱਛਦਾ ਰਿਹਾ। ਕਰੀਬ ਅੱਧੇ ਕੁ ਘੰਟੇ ਬਾਅਦ ਚੈਂਬਰ ਦੇ ਦਰਵਾਜ਼ੇ ਸਾਹਮਣੇ ਇੱਕ ਬੰਦਾ ਆ ਕੇ ਖੜ ਗਿਆ ਤੇ ਉਸ ਨੇ ਮੈਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। ਮੈਂ ਉਸ ਨੂੰ ਇੱਕ ਦੋ ਵਾਰ ਵੇਖਿਆ ਤਾਂ ਜ਼ਰੂਰ ਸੀ, ਪਰ ਮੈਨੂੰ ਉਸ ਦੀ ਪੂਰੀ ਪਹਿਚਾਣ ਨਹੀਂ ਸੀ। ਮੈਂ ਬਾਹਰ ਨੂੰ ਹੋ ਤੁਰਿਆ। ਕਿਸ਼ਤ 202। ਬਾਹਰ ਆਉਂਦੇ ਹੀ ਉਸ ਨੇ ਮੈਨੂੰ ਦੱਸਿਆ ਕਿ ਉਹ ਹੀ ਗਵਾਹ ਦੇ ਰੂਪ ਵਿੱਚ ਗਵਾਹੀ ਦੇਣ ਆਇਆ ਹੈ। ਉਹ ਮੇਰੇ ਕੋਲੋਂ ਸਾਰੀ ਕਹਾਣੀ ਪੁੱਛਣ ਲੱਗ ਪਿਆ। ਮੈਂ ਉਸ ਨੂੰ ਦੱਸ ਦਿੱਤਾ ਕਿ ਗੁਰਨੇਕ ਨੇ ਤਾਂ ਆਪ ਗਲੀ ਦੀ ਜਗ੍ਹਾ ਨੱਪੀ ਹੋਈ ਹੈ ਤੇ ਮੇਰੀ ਜਾਇਜ਼ ਬਣਦੀ ਜਗ੍ਹਾ ਉੱਪਰ ਵੀ ਮੁਕੱਦਮਾ ਕਰੀ ਬੈਠਾ ਹੈ। ਇਹ ਨਗਰ ਨਿਗਮ ਵਿੱਚ ਵੀ ਆਪਣੀ ਰਜਿਸਟਰੀ ਪੇਸ਼ ਨਹੀਂ ਕਰ ਰਿਹਾ ਹੈ। ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਉਹ ਗਲਤ ਬੰਦੇ ਦੇ ਹੱਕ ਵਿੱਚ ਗਵਾਹੀ ਦੇਣ ਆਇਆ ਹੈ, ਇਨਸਾਫ ਲਈ ਨਹੀਂ। ਕੁਝ ਕੁ ਮਿੰਟਾਂ ਵਿੱਚ ਹੀ ਉਹ ਸਾਰੀ ਕਹਾਣੀ ਸਮਝ ਗਿਆ ਤੇ ਗੁੱਸੇ ਨਾਲ ਬੋਲਿਆ, "ਯਾਰ, ਮੈਨੂੰ ਤਾਂ ਅੱਜ ਪਤਾ ਲੱਗਾ ਕਿ ਗਲੀ ਉੱਤੇ ਕਬਜ਼ਾ ਕਰੀ ਬੈਠਾ ਤੇ ਮੈਨੂੰ ਝੂਠ ਬੋਲ ਕੇ ਹੀ ਲੈ ਆਇਆ ਕਿ ਤੁਸੀਂ ਗਲੀ ਉੱਤੇ ਨਜਾਇਜ਼ ਕਬਜ਼ਾ ਕਰਨ ਨੂੰ ਫਿਰਦੇ ਹੋ।" ਮੈਂ ਉਸ ਨੂੰ ਆਖਿਆ, "ਭਰਾਵਾ, ਮੈਂ ਤੈਨੂੰ ਗਵਾਹੀ ਦੇਣ ਤੋਂ ਨਹੀਂ ਰੋਕਦਾ। ਤੂੰ ਜੋ ਮਰਜ਼ੀ ਆਖ ਦੇਵੀਂ, ਇਹ ਤੇਰੀ ਮਰਜ਼ੀ ਆ। ਮੈਂ ਤਾਂ ਤੈਨੂੰ ਸੱਚਾਈ ਦੱਸਣੀ ਸੀ ਕਿ ਤੂੰ ਗਲਤ ਬੰਦੇ ਦੇ ਹੱਕ ਵਿੱਚ ਆਇਆ। ਤੇਰੀ ਗਵਾਹੀ ਨਾਲ ਮੇਰੇ ਦਸਤਾਵੇਜ਼ ਤਾਂ ਨਹੀਂ ਝੂਠੇ ਪੈਣ ਲੱਗੇ, ਪਰ ਮੈਨੂੰ ਇਹਨਾਂ ਤਿੰਨਾਂ ਦਾ ਨੁਕਸਾਨ ਕਰਨਾ ਪੈ ਹੀ ਜਾਣਾ ਹੈ।" ਜਦ ਮੈਂ ਉਸ ਨੂੰ ਮੋਬਾਈਲ 'ਚੋਂ ਬੱਸ ਵਾਲੀਆਂ ਫੋਟੋਆਂ ਤੇ ਮੂਵੀਆਂ ਵਿਖਾਈਆਂ ਤਾਂ ਉਸ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਤੇ ਉਹ ਬੋਲਿਆ, "ਸੱਚੀ ਯਾਰ, ਮੈਨੂੰ ਨਹੀਂ ਸੀ ਪਤਾ ਕਿ ਤੁਹਾਡੀ ਗੱਲ ਇੰਨੀ ਜ਼ਿਆਦਾ ਵਧੀ ਪਈ ਆ। ਕੋਈ ਨਹੀਂ, ਮੈਂ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਦਾ।" ਉਸ ਨੇ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਹੌਸਲਾ ਦਿੱਤਾ ਸੀ। ਮੈਂ ਉਸ ਨੂੰ ਆਖਿਆ, "ਵੀਰ,
ਜੇ ਮੈਂ ਇਹਨਾਂ ਦਾ ਨੁਕਸਾਨ ਕਰਨਾ ਹੁੰਦਾ ਤਾਂ ਮੈਂ ਬੜੇ ਚਿਰ ਪਹਿਲਾਂ ਕਰ ਸਕਦਾ ਸੀ ਅਤੇ ਅੱਜ ਹੁਣੇ ਵੀ ਕਰ ਸਕਦਾ। ਮੈਂ ਤਾਂ ਆਪਣੇ ਯੂਨੀਅਨ ਵਾਲੇ ਬੰਦੇ ਬੁਲਾ ਕੇ ਇੱਕ ਪ੍ਰੈਸ ਕਾਨਫਰੰਸ ਹੀ ਕਰਨੀ ਆ। ਪੱਤਰਕਾਰਾਂ ਨੂੰ ਫੋਟੋਆਂ ਅਤੇ ਸੀਡੀਆਂ ਵੰਡ ਕੇ ਕੱਲ੍ਹ ਦੇ ਅਖਬਾਰਾਂ ਵਿੱਚ ਇਹਨਾਂ ਦਾ ਗੁੱਡਾ ਬੰਨ੍ਹ ਦਿਆਂਗਾ ਅਤੇ ਪੁਲਿਸ ਵਿਭਾਗ ਦਾ ਜਲੂਸ ਕੱਢ ਕੇ ਰੱਖ ਦੇਵਾਂਗਾ। ਮੈਂ ਤਾਂ ਅਜੇ ਤੀਕਰ ਇਹਨਾਂ ਦੀ ਭਲਾਈ ਸੋਚਦੇ ਹੋਏ ਨਹੀਂ ਆਪਣੇ ਆਪ 'ਤੇ ਕਾਬੂ ਰੱਖਿਆ ਹੋਇਆ, ਨਹੀਂ ਤਾਂ ਕਿਹੜੇ ਬਾਗ ਦੀ ਮੂਲੀ ਨੇ। ਮੈਂ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਸੀ। ਉਹ ਮੈਨੂੰ ਸਮਝਾਉਣ ਦੇ ਤਰੀਕੇ ਨਾਲ ਆਖਣ ਲੱਗਾ, ਆਪਾਂ ਗਲੀ ਵਿੱਚ ਇਕੱਠੇ ਰਹਿਣਾ, ਆਪਾਂ ਨਹੀਂ ਕਰਨਾ ਇਹੋ ਜਿਹਾ ਕੋਈ ਕੰਮ, ਕੋਈ ਨਾ ਮੈਂ ਕੋਈ ਚਾਰਾ ਕਰਦਾ। ਮੈਂ ਉਸ ਨੂੰ ਆਖਿਆ, ਭਰਾਵਾ ਮੁਹੱਲੇਦਾਰੀ ਦਾ ਮੂੰਹ ਮੁਲਾਜਾ ਹੀ ਮੈਨੂੰ ਮਾਰੀ ਜਾਂਦਾ, ਨਹੀਂ ਤਾਂ ਮੈਂ ਇਹਨਾਂ ਨੂੰ ਇਹੋ ਜਿਹਾ ਖੱਜਲ ਖੁਆਰ ਕਰਨਾ ਸੀ ਕਿ ਹੁਣ ਤੱਕ ਵਾਹੇ ਬੀਜੇ ਵੀ ਨਹੀਂ ਸੀ ਥਿਆਉਣੇ। ਕੋਈ ਨਾ ਮੈਨੂੰ ਇੱਕ ਯਤਨ ਕਰ ਲੈਣ ਦਿਓ, ਨਹੀਂ ਤਾਂ ਤੁਸੀਂ ਜਾਣਿਓ ਅਤੇ ਤੁਹਾਡਾ ਕੰਮ, ਆਖ ਕੇ ਉਹ ਚਲਾ ਗਿਆ ਸੀ। ਕਿਸ਼ਤ 230। ਬਾਅਦ ਦੁਪਹਿਰ ਮੈਂ ਤੇ ਮੇਰਾ ਵਕੀਲ ਅਦਾਲਤ ਦੇ ਕਮਰੇ ਵਿੱਚ ਚਲੇ ਗਏ। ਨਕਸ਼ਾ ਨਵੀਸ ਨੇ ਆਪਣੀ ਗਵਾਹੀ ਦੇ ਦਿੱਤੀ ਅਤੇ ਆਪਣੇ ਬਿਆਨ ਲਿਖਵਾ ਦਿੱਤੇ। ਮੇਰੇ ਵਕੀਲ ਨੇ ਉਸ ਨੂੰ ਕੁਝ ਰਸਮੀ ਜਿਹੇ ਸਵਾਲ ਕੀਤੇ ਜਿਨ੍ਹਾਂ ਦਾ ਉਸ ਨੇ ਉੱਤਰ ਦੇ ਦਿੱਤਾ। ਉਸ ਤੋਂ ਬਾਅਦ ਦੂਜੇ ਗਵਾਹ ਦੀ ਵਾਰੀ ਸੀ। ਜੱਜ ਨੇ ਉਸ ਨੂੰ ਉਸ ਦਾ ਨਾਮ ਅਤੇ ਪਤਾ ਪੁੱਛਿਆ ਜੋ ਉਸ ਨੇ ਦੱਸ ਦਿੱਤਾ। ਫਿਰ ਜੱਜ ਨੇ ਪੁੱਛਿਆ, ਕੀ ਤੁਸੀਂ ਗਵਾਹੀ ਦੇਣ ਲਈ ਤਿਆਰ ਹੋ? ਉਹ ਝੱਟ ਦੇਣੇ ਬੋਲਿਆ, ਮੈਡਮ ਜੀ ਮੈਂ ਨਹੀਂ ਚਾਹੁੰਦਾ ਕਿ ਮਸਲਾ ਹੋਰ ਅੱਗੇ ਵਧੇ, ਇਸ ਲਈ ਮੈਂ ਦੋਵਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਕਰਵਾਉਣ ਲਈ ਇੱਕ ਮੌਕਾ ਚਾਹੁੰਦਾ। ਕੀ ਤੁਹਾਨੂੰ ਲੱਗਦਾ ਕਿ ਦੋਵੇਂ ਧਿਰਾਂ ਤੁਹਾਡੀ ਗੱਲ ਮੰਨ ਲੈਣਗੀਆਂ? ਜੱਜ ਨੇ ਸ਼ੰਕਾ ਜ਼ਾਹਰ ਕੀਤੀ ਸੀ। ਉਸ ਨੇ ਪੂਰੇ ਵਿਸ਼ਵਾਸ ਨਾਲ ਆਖਿਆ, ਮੈਂ ਆਪਣੇ ਵੱਲੋਂ ਪੂਰੀ ਵਾਹ ਲਾ ਦੇਵਾਂਗਾ ਜੀ। ਜੇ ਗੱਲ ਨਾ ਬਣੀ ਤਾਂ ਮੈਂ ਆਪਣੀ ਸਮਝ ਮੁਤਾਬਕ ਆਪਣੀ ਗਵਾਹੀ ਦੇ ਦੇਵਾਂਗਾ। ਚਲੋ ਠੀਕ ਹੈ, ਮੈਂ ਇੱਕ ਵਾਰ ਕੇਸ ਨੂੰ ਫਿਰ ਮੀਡੀਏਸ਼ਨ ਵਿੱਚ ਭੇਜ ਦਿੰਦੀ ਹਾਂ। ਤੁਸੀਂ ਆਪਣੇ ਤੌਰ 'ਤੇ ਵੀ ਕੋਸ਼ਿਸ਼ ਕਰ ਲਵੋ ਅਤੇ ਜੇ ਕੋਈ ਕਾਨੂੰਨੀ ਅੜਚਨ ਹੋਈ ਤਾਂ ਮੀਡੀਏਸ਼ਨ ਦੇ ਇੰਚਾਰਜ ਨਾਲ ਸਲਾਹ ਮਸ਼ਵਰਾ ਵੀ ਕਰ ਲੈਣਾ। ਆਖ ਕੇ ਜੱਜ ਨੇ ਕੇਸ ਨੂੰ ਫਿਰ ਮੀਡੀਏਸ਼ਨ ਵਿਭਾਗ ਦੇ ਹਵਾਲੇ ਕਰ ਦਿੱਤਾ ਸੀ। ਜਦ ਅਸੀਂ ਬਾਹਰ ਆਏ ਤਾਂ ਨਕਸ਼ਾ ਨਵੀਸ ਗੁਰਨੇਕ ਨੂੰ ਘੇਰ ਕੇ ਖੜ ਗਿਆ ਅਤੇ ਗਵਾਹੀ ਦੇਣ ਦੇ ਬਦਲੇ ਪੈਸੇ ਮੰਗਣ ਲੱਗ ਪਿਆ। ਗੁਰਨੇਕ ਉਸ ਨੂੰ ਇੱਕ ਥੰਮਲੇ ਦੀ ਓਟ ਵਿੱਚ ਲੈ ਗਿਆ ਤਾਂ ਜੋ ਮੇਰੇ ਤੋਂ ਓਹਲਾ ਰੱਖਿਆ ਜਾ ਸਕੇ। ਗੁਰਨੇਕ ਨੇ ਉਸ ਨੂੰ ਆਪਣੇ ਬਟੂਏ ਵਿੱਚੋਂ ਕੁਝ ਕੱਢ ਕੇ ਫੜਾਇਆ। ਨਕਸ਼ਾ ਨਵੀਸ ਦੁਆਰਾ ਨੋਟ ਨੂੰ ਦੋਵਾਂ ਹੱਥਾਂ ਨਾਲ ਉੱਪਰ ਚੁੱਕ ਕੇ ਵੇਖਣ ਅਤੇ ਪਰਖਣ ਕਾਰਨ ਮੈਨੂੰ ਪਤਾ ਲੱਗ ਗਿਆ ਕਿ ਨਕਸ਼ਾ ਨਵੀਸ 500 ਰੁਪਏ ਬਦਲੇ ਗਵਾਹੀ ਦੇ ਕੇ ਗਿਆ ਸੀ। ਗਵਾਹ ਬਣ ਕੇ ਆਇਆ ਦੂਜਾ ਆਦਮੀ ਮੇਰੇ ਨਾਲ ਸਲਾਹ ਮਸ਼ਵਰਾ ਕਰਨ ਲੱਗ ਪਿਆ ਕਿ ਸਮਝੌਤੇ ਲਈ ਕਿਹੜਾ ਸਥਾਨ ਅਤੇ ਸਮਾਂ ਮਿਥਿਆ ਜਾਵੇ। ਸਾਡੀ ਅਗਲੀ ਬੈਠਕ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਤਾਂ ਨਾ ਹੋ ਸਕਿਆ, ਪਰ ਇਹ ਸਲਾਹ ਬਣ ਗਈ ਕਿ ਆਪਾਂ ਫੋਨ 'ਤੇ ਸੰਪਰਕ ਕਰਕੇ ਸਮਾਂ ਤੈਅ ਕਰ ਲਵਾਂਗੇ। ਉਹ ਮੇਰੇ ਕੋਲੋਂ ਮੇਰਾ ਫੋਨ ਨੰਬਰ ਵੀ ਲੈ ਗਿਆ ਸੀ। ਹੁਣ ਮੈਨੂੰ ਨਵੇਂ ਸਿਰੇ ਤੋਂ ਆਸ ਬੱਝ ਗਈ ਸੀ ਕਿ ਸ਼ਾਇਦ ਇਸ ਮਸਲੇ ਦਾ ਹੱਲ ਜਲਦੀ ਹੋ ਜਾਵੇਗਾ। ਮੈਨੂੰ ਲੱਗ ਰਿਹਾ ਸੀ ਕਿ 5-7 ਦਿਨਾਂ ਦੇ ਵਿੱਚ ਹੀ ਮੇਰਾ ਇਸ ਝੰਜਟ ਤੋਂ ਛੁਟਕਾਰਾ ਹੋ ਜਾਵੇਗਾ। ਹੁਣ ਮੈਂ ਕਿਸੇ ਨਵੇਂ ਸੁਨੇਹੇ ਦੀ ਉਡੀਕ ਕਰਨ ਲੱਗ ਪਿਆ ਸਾਂ। ਉਡੀਕਦਿਆਂ ਕਈ ਦਿਨ ਲੰਘ ਗਏ, ਪਰ ਮੈਨੂੰ ਅਜਿਹਾ ਕੋਈ ਵੀ ਸੁਨੇਹਾ ਨਾ ਆਇਆ। ਪੰਚਾਇਤੀ ਤੌਰ 'ਤੇ ਇਹ ਮਸਲਾ ਨਿਬੜਨ ਦੀ ਆਸ ਵੀ ਖਤਮ ਹੁੰਦੀ ਜਾ ਰਹੀ ਸੀ। ਅਦਾਲਤ ਦੁਆਰਾ ਦਿੱਤੀ ਗਈ ਮੀਡੀਏਸ਼ਨ ਵਾਲੀ ਤਾਰੀਖ ਨੇੜੇ ਆ ਰਹੀ ਸੀ। ਸਾਨੂੰ ਸਾਰੇ ਪਰਿਵਾਰ ਨੂੰ ਲੱਗਣ ਲੱਗਾ ਕਿ ਸ਼ਾਇਦ ਦੂਜੀ ਧਿਰ ਮੁਹੱਲੇ ਵਿੱਚ ਆਪਣੀ ਬੇਇੱਜ਼ਤੀ ਹੋਣ ਦੇ ਡਰ ਕਾਰਨ ਹੀ ਇਕੱਠ ਵਿੱਚ ਆਉਣ ਤੋਂ ਘਬਰਾ ਰਹੀ ਹੈ। ਸ਼ਾਇਦ ਉਹ ਮੀਡੀਏਸ਼ਨ ਵਿਭਾਗ ਵਿੱਚ ਜਾ ਕੇ ਹੀ ਸਮਝੌਤਾ ਕਰਨਗੇ ਤਾਂ ਜੋ ਲੋਕਾਂ ਨੂੰ ਆਖ ਸਕਣ ਕਿ ਅਦਾਲਤ ਨੇ ਹੀ ਫੈਸਲਾ ਕਰ ਦਿੱਤਾ ਹੈ। ਇਸ ਤਰ੍ਹਾਂ ਉਹ ਮੁਹੱਲੇ ਵਿੱਚ ਹੋਣ ਵਾਲੀ ਕੁੱਤੇਖਾਣੀ ਤੋਂ ਵੀ ਬਚੇ ਰਹਿਣਗੇ
ਤੇ ਦੂਜਾ ਉਹਨਾਂ ਦੁਆਰਾ ਗਲਤੀ ਮੰਨਣ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ। ਕਿਸ਼ਤ 234। ਇੱਕ ਦਿਨ ਪੁਲਿਸ ਵਿਭਾਗ ਦਾ ਇੱਕ ਹਰਕਾਰਾ ਲਿਖਤੀ ਸੰਦੇਸ਼ ਲੈ ਕੇ ਆ ਗਿਆ ਕਿ ਤੁਸੀਂ ਕੱਲ੍ਹ ਨੂੰ ਆਪਣੀ ਕੀਤੀ ਹੋਈ ਸ਼ਿਕਾਇਤ ਦੇ ਸੰਬੰਧ ਵਿੱਚ ਡੀਐਸਪੀ ਕੋਲ ਆਪਣਾ ਪੱਖ ਤੇ ਸਬੂਤ ਤੇ ਗਵਾਹ ਲੈ ਕੇ ਪੇਸ਼ ਹੋਵੋ। ਸਤ ਬਚਨ ਜੀ, ਆਖ ਕੇ ਮੈਂ ਉਸ ਦੇ ਕਾਗਜ਼ ਤੇ ਦਸਤਖਤ ਕਰ ਦਿੱਤੇ। ਸ਼ਾਮ ਤੀਕਰ ਮੈਂ ਆਪਣੇ ਦੁਆਰਾ ਪੇਸ਼ ਕੀਤੇ ਜਾਣ ਵਾਲੇ ਸਾਰੇ ਸਬੂਤ ਥਾਂ ਸਿਰ ਕਰ ਲਏ। ਅਗਲੇ ਦਿਨ ਮੈਂ ਤੇ ਯਾਦਵਿੰਦਰ ਦੱਸੇ ਗਏ ਸਮੇਂ ਤੇ ਡੀਐਸਪੀ ਦੇ ਦਫ਼ਤਰ ਵਿੱਚ ਪਹੁੰਚ ਗਏ ਤੇ ਰੀਡਰ ਨੂੰ ਆਪਣੇ ਆਉਣ ਬਾਰੇ ਸੂਚਿਤ ਕਰ ਦਿੱਤਾ। ਉਸ ਦੇ ਆਖੇ ਮੁਤਾਬਕ ਅਸੀਂ ਬਾਹਰ ਵਰਾਂਡੇ ਵਿੱਚ ਬੈਠ ਕੇ ਅਧਿਕਾਰੀ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਬੈਠੇ ਸਭ ਲੋਕਾਂ ਨੂੰ ਆਵਾਜ਼ ਵੱਜ ਚੁੱਕੀ ਸੀ, ਪਰ ਅਸੀਂ ਉਵੇਂ ਹੀ ਬੈਠੇ ਸਾਂ। ਸਾਨੂੰ ਇਕੱਲਿਆਂ ਨੂੰ ਵੇਖ ਕੇ ਦਰਵਾਜ਼ੇ ਵਿੱਚ ਖੜੇ ਸਿਪਾਹੀ ਨੇ ਸਾਨੂੰ ਅੰਦਰ ਜਾਣ ਦਾ ਇਸ਼ਾਰਾ ਕਰ ਦਿੱਤਾ। ਅਸੀਂ ਦਫ਼ਤਰ ਦੇ ਬੂਹੇ ਕੋਲ ਪੁੱਜੇ ਹੀ ਸਾਂ ਕਿ ਰੀਡਰ ਕਾਹਲੇ ਕਦਮੀ ਆਇਆ ਤੇ ਬੋਲਿਆ, ਅਜੇ ਇਹਨਾਂ ਦੇ ਮਿਲਣ ਦਾ ਸਮਾਂ ਨਹੀਂ ਹੋਇਆ, ਤੂੰ ਐਵੇਂ ਅੰਦਰ ਭੇਜੀ ਜਾਂਦਾ। ਉਹ ਸਿਪਾਹੀ ਨੂੰ ਟੁੱਟ ਕੇ ਪੈ ਗਿਆ ਸੀ। ਅਸੀਂ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਅੰਦਰ ਵੜ ਗਏ। ਰੀਡਰ ਦੀ ਸਾਨੂੰ ਅੰਦਰ ਆਉਣ ਤੋਂ ਰੋਕਣ ਦੀ ਜੁਰਤ ਨਾ ਪਈ। ਸਾਨੂੰ ਵੇਖ ਕੇ ਡੀਐਸਪੀ ਨੇ ਕਾਹਲੀ ਨਾਲ ਪੁੱਛਿਆ, ਹਾਂ ਬਈ, ਤੁਹਾਡਾ ਕੀ ਮਸਲਾ? ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਯਾਦਵਿੰਦਰ ਬੋਲ ਪਿਆ, ਸਰ, ਤੁਹਾਡੇ 2 ਕਰਮਚਾਰੀ ਬੜੀ ਦੇਰ ਤੋਂ ਸਾਨੂੰ ਤੰਗ ਪਰੇਸ਼ਾਨ ਕਰੀ ਜਾ ਰਹੇ ਨੇ। ਅਸੀਂ ਕਈ ਵਾਰ ਤੁਹਾਡੇ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ, ਪਰ ਕਿਤੇ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। ਇਸੇ ਲਈ ਅਸੀਂ 181 ਨੰਬਰ 'ਤੇ ਫੋਨ ਕੀਤਾ ਸੀ। ਇੰਨਾ ਆਖਦੇ ਹੀ ਉਸ ਨੇ ਗੇਟ ਵਿੱਚ ਖੜੀ ਬੱਸ ਦੀਆਂ ਤਸਵੀਰਾਂ ਉਸ ਦੇ ਅੱਗੇ ਰੱਖ ਦਿੱਤੀਆਂ। ਤੁਸੀਂ ਕੀ ਕੰਮ ਕਰਦੇ ਹੋ? ਡੀਐਸਪੀ ਨੇ ਤਸਵੀਰਾਂ 'ਤੇ ਨਿਗਾਹ ਮਾਰਦੇ ਹੀ ਪੁੱਛਿਆ। ਅਸੀਂ ਦੋਵੇਂ ਸਰਕਾਰੀ ਸਕੂਲ ਮਾਸਟਰ ਹਾਂ ਜੀ, ਯਾਦਵਿੰਦਰ ਨੇ ਸੰਖੇਪ ਜਿਹਾ ਉੱਤਰ ਦਿੱਤਾ ਸੀ। ਫੋਟੋਆਂ ਨੂੰ ਧਿਆਨ ਨਾਲ ਵੇਖਣ ਤੋਂ ਬਾਅਦ ਉਸ ਨੇ ਤਸਵੀਰਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਪੁੱਛੀਆਂ, ਜਿਨ੍ਹਾਂ ਦਾ ਅਸੀਂ ਮਾਕੂਲ ਉੱਤਰ ਨਾਲ ਦੀ ਨਾਲ ਹੀ ਦਿੰਦੇ ਗਏ। ਕੁਝ ਦੇਰ ਬਾਅਦ ਉਸ ਨੇ ਘੰਟੀ ਮਾਰੀ ਤੇ ਰੀਡਰ ਝੱਟ ਦੇਣੇ ਹਾਜ਼ਰ ਹੋ ਗਿਆ। ਡੀਐਸਪੀ ਬੜੇ ਹੀ ਗੁੱਸੇ ਵਿੱਚ ਰੀਡਰ ਨੂੰ ਆਖਣ ਲੱਗ ਪਿਆ, ਓਏ ਗੱਲ ਸੁਣ ਮੇਰੀ, ਬੁਲਾ ਇਹਨਾਂ ਦੋਵਾਂ ਸਾਹਬਾਂ ਨੂੰ ਤੇ ਮੇਰੇ ਸਾਹਮਣੇ ਪੇਸ਼ ਕਰ। ਇਹਨਾਂ ਨੇ ਕੀ ਗੰਦ ਪਾ ਰੱਖਿਆ ਹੈ? ਮਹਿਕਮੇ ਦੀ ਬਦਨਾਮੀ ਕਰਵਾਈ ਜਾਂਦੇ ਨੇ। ਨਾਲੇ ਹੁਣੇ ਹੀ ਮੁਲਾਜ਼ਮ ਭੇਜ ਤੇ ਆਂਢ ਗੁਆਂਢ ਦੇ ਬਿਆਨ ਵੀ ਲੈ ਕੇ ਆਓ, ਪਤਾ ਕਰੋ ਕਿ ਸੱਚਾਈ ਕੀ ਹੈ। ਸਰ, ਮੁਹੱਲੇ ਵਿੱਚ ਇਹਨਾਂ ਦੀ ਇੰਨੀ ਦਹਿਸ਼ਤ ਆ ਕਿ ਇਹਨਾਂ ਵਿਰੁੱਧ ਕਿਸੇ ਨੇ ਵੀ ਆਪਣੇ ਬਿਆਨ ਨਹੀਂ ਲਿਖਾਉਣੇ। ਮੈਂ ਉਸ ਦੀ ਗੱਲ ਵਿੱਚੋਂ ਹੀ ਟੋਕ ਦਿੱਤੀ ਸੀ। ਮੁਹੱਲੇ ਵਾਲੇ ਬਿਆਨ ਨਹੀਂ ਦੇਣਗੇ ਤਾਂ ਕੋਈ ਨਹੀਂ, ਤੁਸੀਂ ਤਾਂ ਦੇਵੋਗੇ ਆਪਣੇ ਬਿਆਨ ਕਿ ਨਹੀਂ? ਡੀਐਸਪੀ ਮੈਨੂੰ ਸੰਬੋਧਿਤ ਹੁੰਦਾ ਹੋਇਆ ਬੋਲਿਆ, ਸਰ, ਬਿਆਨ ਤਾਂ ਕੀ, ਅਸੀਂ ਤਾਂ ਸਾਰੇ ਸਬੂਤ ਲੈ ਕੇ ਆਏ ਹਾਂ। ਧੱਕੇ ਖਾਂਦਿਆਂ ਨੂੰ ਸਾਲ ਹੋ ਗਿਆ, ਸਾਡੀ ਤਾਂ ਕਿਧਰੇ ਵੀ ਸੁਣਵਾਈ ਨਹੀਂ ਹੋਈ। ਇਸੇ ਕਰਕੇ ਹੀ ਉਹ ਬੱਸ ਨੂੰ ਨਿੱਤ ਸਾਡੇ ਦਰਵਾਜ਼ੇ ਅੱਗੇ ਲਾਉਂਦੇ ਹੁੰਦੇ ਸੀ ਕਿ ਸਰਕਾਰੀ ਡਿਊਟੀ 'ਤੇ ਆ, ਇਹਨੂੰ ਕੋਈ ਨਹੀਂ ਰੋਕ ਸਕਦਾ। ਮੈਂ ਬੇਨਤੀ ਕਰਨ ਦੇ ਅੰਦਾਜ਼ ਵਿੱਚ ਆਖਿਆ ਸੀ। ਕਿਸ਼ਤ 205ਵੀਂ। ਮੇਰੀ ਹਾਲਤ ਵੇਖ ਕੇ ਉਹ ਗੁੱਸੇ ਨਾਲ ਬੋਲਿਆ, ਯਾਰ, ਤੂੰ ਗੱਲ ਕੀ ਕਰਦਾ? ਮੈਂ ਕਿਸੇ ਜਗ੍ਹਾ ਰੇਡ ਮਾਰਨ ਵੀ ਜਾਵਾਂ ਤਾਂ ਮੈਂ ਡਿਊਟੀ 'ਤੇ ਹੁੰਦੇ ਹੋਏ ਵੀ ਉਹ ਆਪਣੀ ਜਿਪਸੀ ਤੁਹਾਡੇ ਬੂਹੇ ਅੱਗੇ ਨਹੀਂ ਖੜੀ ਕਰ ਸਕਦਾ। ਇਹ ਤਾਂ ਫਿਰ ਵੀ ਸਕੂਲ ਵਾਲੀ ਬੱਸ ਆ, ਕਮਾਲ ਦੀ ਗੱਲ ਹੈ। ਸ਼ਿਕਾਇਤ ਨਾਲ ਸੰਬੰਧਿਤ ਕੁਝ ਹੋਰ ਗੱਲਾਂ ਦੱਸਣ ਤੋਂ ਬਾਅਦ ਅਸੀਂ ਦਫ਼ਤਰ ਵਿੱਚੋਂ ਬਾਹਰ ਆ ਗਏ। ਇਸ ਨਵੇਂ ਡੀਐਸਪੀ ਦੀ ਗਰਮੀ ਅਤੇ ਸਾਡੇ ਪ੍ਰਤੀ ਪੈਦਾ ਹੋਈ ਹਮਦਰਦੀ ਵੇਖ ਕੇ ਸਾਨੂੰ ਭਾਸਣ ਲੱਗ ਪਿਆ ਸੀ ਕਿ ਇਹ ਅਧਿਕਾਰੀ ਜ਼ਰੂਰ ਹੀ ਹੱਕ ਸੱਚ ਦੀ ਰਿਪੋਰਟ ਦੇਣ ਦੀ ਧਮਕੀ ਦੇ ਕੇ ਦੂਜੀ ਧਿਰ ਨੂੰ ਸਾਡੇ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦੇਵੇਗਾ।
ਉਸ ਸ਼ਾਮ ਨੂੰ ਹੀ ਇੱਕ ਹੋਰ ਹਰਕਾਰਾ ਆਇਆ ਅਤੇ ਐਸਐਸਪੀ ਨੂੰ ਮੇਰੇ ਦੁਆਰਾ ਕੀਤੀ ਗਈ ਬੱਸ ਦੀ ਦੁਰਵਰਤੋਂ ਸੰਬੰਧੀ ਕੇਸ ਦੇ ਸਬੰਧ ਵਿੱਚ ਥਾਣਾ ਮੁਖੀ ਦੇ ਅੱਗੇ ਪੇਸ਼ ਹੋਣ ਦਾ ਲਿਖਤੀ ਸੁਨੇਹਾ ਦੇ ਗਿਆ। ਇਹ ਬੁਲਾਵਾ ਐਸਐਸਪੀ ਨੂੰ ਕਈ ਮਹੀਨੇ ਪਹਿਲਾਂ ਕੀਤੀ ਹੋਈ ਬੱਸ ਸੰਬੰਧੀ ਸ਼ਿਕਾਇਤ ਬਾਰੇ ਸੀ। ਅਸੀਂ ਸਮਝ ਗਏ ਕਿ 181 ਨੰਬਰ 'ਤੇ ਫੋਨ ਕਰਨ ਕਰਕੇ ਉਸ ਜਾਣ ਬੁੱਝ ਕੇ ਦੱਬੀ ਹੋਈ ਸ਼ਿਕਾਇਤ ਵਾਲੀ ਅਰਜ਼ੀ ਨੂੰ ਹੁਣ ਕਿਤੇ ਜਾ ਕੇ ਹਵਾ ਲਵਾਈ ਗਈ ਹੈ। ਕੋਈ ਨਹੀਂ, ਉੱਥੇ ਵੀ ਪੇਸ਼ ਹੋ ਜਾਵਾਂਗੇ। ਮੈਂ ਉਸ ਦੇ ਕਾਗਜ਼ ਉੱਤੇ ਦਸਤਖਤ ਕਰਦੇ ਹੋਏ ਬੇਦਿਲੀ ਜਿਹੀ ਨਾਲ ਆਖਿਆ ਸੀ। ਅਗਲੇ ਦਿਨ ਅਸੀਂ ਦੋਵੇਂ ਜਣੇ ਥਾਣੇ 'ਚ ਸਬ ਇੰਸਪੈਕਟਰ ਦੇ ਅੱਗੇ ਜਾ ਹਾਜ਼ਰ ਹੋਏ। ਉਸ ਨੇ ਬੜਾ ਹੀ ਭੋਲਾ ਜਿਹਾ ਬਣਦਿਆਂ ਅਤੇ ਬੜੇ ਹੀ ਪਿਆਰ ਨਾਲ ਸਾਡੀ ਗੱਲ ਸੁਣੀ। ਸਾਰੀ ਗੱਲ ਸੁਣ ਕੇ ਆਖਣ ਲੱਗਾ, ਜੇ ਉਹ ਤੁਹਾਡੇ ਦਰਵਾਜ਼ੇ ਅੱਗੇ ਬੱਸ ਨਾ ਖੜਾਉਣ ਦੀ ਗਰੰਟੀ ਦੇ ਦੇਣ ਤਾਂ ਫਿਰ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਨਾ। ਸਰ, ਜਿੰਨਾ ਚਿਰ ਸਾਡੇ ਕੋਲ ਉਹ ਮਕਾਨ ਆ ਓਨਾ ਚਿਰ ਤਾਂ ਅਸੀਂ ਸਾਹਮਣੇ ਘਰ ਵਿੱਚ ਉਹ ਬੱਸ ਨਹੀਂ ਖੜਨ ਦੇਣੀ। ਕੱਲ੍ਹ ਨੂੰ ਲਾਗ ਬੁੱਕ ਵਿੱਚ ਲਿਖ ਕੇ ਆ ਜਾਵੇਗਾ ਅਤੇ ਸਾਨੂੰ ਦਰੜ ਕੇ ਆਖ ਦੇਵੇਗਾ ਕਿ ਇਹ ਸਰਕਾਰੀ ਕੰਮ ਵਿੱਚ ਵਿਘਨ ਪਾ ਰਹੇ ਸੀ, ਇਸ ਲਈ ਥੱਲੇ ਦੇ ਦਿੱਤੇ ਨੇ। ਸਾਲ ਹੋ ਚੱਲਿਆ, ਸਾਡੀ ਤਾਂ ਪਹਿਲਾਂ ਵੀ ਕੋਈ ਸੁਣਵਾਈ ਨਹੀਂ ਹੋਈ ਅਤੇ ਫੇਰ ਕਦੋਂ ਹੋਣੀ ਆ। ਯਾਦਵਿੰਦਰ ਨੇ ਉਸ ਦੀ ਗੱਲ ਦਾ ਜਵਾਬ ਇੰਨੇ ਵਧੀਆ ਢੰਗ ਨਾਲ ਦਿੱਤਾ ਕਿ ਉਸ ਨੂੰ ਵੀ ਲੱਗਣ ਲੱਗ ਪਿਆ ਸੀ ਕਿ ਉਸ ਨੇ ਸਹੀ ਬੰਦਿਆਂ ਤੋਂ ਗਲਤ ਪ੍ਰਸ਼ਨ ਪੁੱਛ ਲਿਆ ਹੈ। ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਤਾਂ ਇਹ ਸੀ ਕਿ ਜੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ। ਉਹ ਆਪਣੇ ਬਚਾਅ ਵਿੱਚ ਆਖਣ ਲੱਗਾ ਸੀ। ਮੈਂ ਉਸ ਨੂੰ ਆਖਿਆ, ਦੋਵੇਂ ਧਿਰਾਂ ਹੋਰ ਕਿਹੜੀਆਂ ਨੇ ਜੀ? ਅਸੀਂ ਹਾਂ ਅਤੇ ਦੂਜੇ ਪਾਸੇ ਦੋਵੇਂ ਪੁਲਸੀਏ ਅਤੇ ਇੱਕ ਨਜਾਇਜ਼ ਕਬਜ਼ਾ ਧਾਰਕ ਗੁਰਨੇਕ ਆ। ਗੁਰਨੇਕ ਵੀ ਇਹਨਾਂ ਦੇ ਸਿਰ 'ਤੇ ਹੀ ਚਾਂਬਲਿਆ ਫਿਰਦਾ। ਨਹੀਂ, ਉਹਦੇ ਵਿੱਚ ਕੀ ਆ? ਜੇ ਆਪਾਂ ਹੱਥ ਹੀ ਮਾਰ ਦਈਏ ਜੂਆਂ ਤਾਂ ਆਪਣੇ ਆਪ ਹੀ ਮਰ ਜਾਣੀਆਂ ਨੇ। ਮੈਂ ਉਸ ਦੇ ਸਮਝੌਤੇ ਵਾਲੇ ਪੱਖ ਦਾ ਸਮਰਥਨ ਕਰਦੇ ਹੋਏ ਆਖਿਆ ਸੀ। ਕਿਸ਼ਤ 206ਵੀਂ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਚਲੋ ਮੈਂ ਉਹਨਾਂ ਨੂੰ ਪੁੱਛ ਕੇ ਵੇਖ ਲਵਾਂਗਾ। ਕੀ ਪਤਾ ਅਗਲੇ ਮੰਨਣ ਵੀ ਜਾਂ ਨਾ। ਕੀ ਪਤਾ ਉਹ ਬਿਆਨ ਦੇਣ ਆਏ ਤੁਹਾਡੇ ਵਿਰੁੱਧ ਕੋਈ ਹੋਰ ਹੀ ਸੱਪ ਕੱਢ ਮਾਰਨ। ਵੈਸੇ ਮੈਂ ਤਾਂ ਚਾਹੁੰਦਾ ਕਿ ਮਸਲਾ ਅੱਗੇ ਨਾ ਵਧੇ। ਤੁਸੀਂ ਆਪਣੇ ਬਿਆਨ ਉਹ ਮੁਨਸ਼ੀ ਨੂੰ ਲਿਖਵਾ ਜਾਓ। ਉਸ ਦੇ ਬੋਲਣ ਦੇ ਲਹਿਜੇ ਤੋਂ ਸਾਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਲੱਗਾ ਕਿ ਉਹ ਸਾਨੂੰ ਕੇਸ ਨੂੰ ਨਿਬੇੜਨ ਦੀ ਸਲਾਹ ਦੇ ਰਿਹਾ ਹੈ ਜਾਂ ਫਿਰ ਇਸ ਨੂੰ ਨਾ ਨਿਬੇੜ ਸਕਣ ਦੀ ਹਾਲਤ ਵਿੱਚ ਦੂਜੀ ਧਿਰ ਵੱਲੋਂ ਕੋਈ ਹੋਰ ਕੇਸ ਦਰਜ ਕਰਵਾ ਦੇਣ ਦੀ ਧਮਕੀ ਦੇ ਰਿਹਾ ਹੈ। ਅਸੀਂ ਆਪਣੇ ਸਾਰੇ ਦਸਤਾਵੇਜ਼ ਅਤੇ ਸਬੂਤ ਲਿਖਤੀ ਰੂਪ ਵਿੱਚ ਮੁਨਸ਼ੀ ਨੂੰ ਜਮ੍ਹਾਂ ਕਰਵਾ ਦਿੱਤੇ ਅਤੇ ਥਾਣੇ ਤੋਂ ਬਾਹਰ ਆ ਗਏ। ਸਾਡੀ ਦੋਵਾਂ ਦੀ ਸੋਚ ਉਸ ਜਾਂਚ ਅਧਿਕਾਰੀ ਨਾਲ ਹੋਈ ਗੱਲਬਾਤ ਅਤੇ ਉਸ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਸਮਝਣ ਅਤੇ ਵੱਖ-ਵੱਖ ਅਰਥਾਂ 'ਤੇ ਹੀ ਕੇਂਦਰਿਤ ਰਹੀ। ਸਾਡੇ ਲਈ ਇੱਕ ਮਕਾਰ ਅਧਿਕਾਰੀ ਦੇ ਬੋਲਾਂ ਦਾ ਅੰਦਾਜ਼ਾ ਲਾਉਣਾ ਔਖਾ ਹੋ ਰਿਹਾ ਸੀ। ਲਗਭਗ 1 ਸਾਲ ਦੀ ਇਸ ਭੱਜ ਦੌੜ ਨੇ ਮੈਨੂੰ ਬੜੇ ਹੀ ਸਬਕ ਸਿਖਾ ਦਿੱਤੇ ਸਨ। ਮੈਂ ਸੋਚਦਾ ਰਹਿੰਦਾ ਕਿ ਇਹਨਾਂ ਅਦਾਲਤਾਂ ਤੇ ਸਰਕਾਰੀ ਦਫ਼ਤਰਾਂ ਵਿੱਚ ਰੁਲਦੇ ਮਸਲੇ ਆਮ ਬੰਦਾ ਤਾਂ ਚੁਟਕੀ ਵਿੱਚ ਹੀ ਹੱਲ ਕਰ ਸਕਦਾ ਹੈ, ਪਰ ਇਹ ਕਾਨੂੰਨੀ ਪ੍ਰਕਿਰਿਆਵਾਂ ਮਸਲੇ ਨੂੰ ਇੰਨਾ ਪੇਚੀਦਾ ਅਤੇ ਲੰਬਾ ਬਣਾ ਦਿੰਦੀਆਂ ਹਨ ਕਿ ਕਈ ਮਸਲੇ ਤਾਂ ਆਪਣੀ ਮੂਲ ਸਮੱਸਿਆ ਤੋਂ ਭਟਕ ਕੇ ਕੋਈ ਹੋਰ ਹੀ ਸ਼ਕਲ ਅਖਤਿਆਰ ਕਰ ਲੈਂਦੇ ਹਨ। ਪੰਚਾਇਤੀ ਤੌਰ 'ਤੇ ਇਸ ਮਸਲੇ ਨੂੰ ਨਿਬੇੜਨ ਲਈ ਕੋਈ ਵੀ ਇਕੱਠ ਨਾ ਹੋਇਆ, ਪਰ ਮੀਡੀਏਸ਼ਨ ਵਾਲੀ ਤਰੀਕ ਆ ਗਈ ਸੀ। ਮੈਂ ਤੇ ਯਾਦਵਿੰਦਰ ਮੀਡੀਏਸ਼ਨ ਵਿਭਾਗ ਵਿੱਚ ਪੁੱਜ ਗਏ। ਕੁਝ ਦੇਰ ਬਾਅਦ ਗੁਰਨੇਕ ਵੀ ਆ ਗਿਆ। ਸਾਡੇ ਕੇਸ ਵਿੱਚ ਅਦਾਲਤ ਦੁਆਰਾ ਨਿਯੁਕਤ ਕੀਤਾ ਗਿਆ ਵਿਚੋਲਾ ਵਕੀਲ ਵੀ ਆ ਬੈਠਾ ਸੀ। ਉਸ ਨੇ ਪਹਿਲਾਂ
ਸਾਡੇ ਕੋਲੋਂ ਕੇਸ ਦਾ ਵਿਸਤਾਰ ਪੁੱਛਿਆ। ਅਸੀਂ ਸਾਰੀ ਗੱਲ ਦੱਸ ਦਿੱਤੀ। ਫਿਰ ਉਸ ਨੇ ਗੁਰਨੇਕ ਨੂੰ ਬੁਲਾ ਕੇ ਉਸ ਤੋਂ ਕੇਸ ਦੀ ਸਾਰੀ ਜਾਣਕਾਰੀ ਹਾਸਲ ਕੀਤੀ। ਫਿਰ ਦੋਵਾਂ ਧਿਰਾਂ ਨੂੰ ਸੱਦ ਕੇ ਫਿਰ ਆਪਣਾ ਫੈਸਲਾ ਸੁਣਾ ਦਿੱਤਾ ਕਿ ਪੇਸ਼ ਕੀਤੇ ਗਏ ਸਬੂਤਾਂ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਦੀ ਰੋਸ਼ਨੀ ਵਿੱਚ ਤਾਂ ਇਹ ਕੇਸ ਮੁਦਾਇਲਾ ਦੇ ਹੱਕ ਵਿੱਚ ਜਾਣਾ ਬਣਦਾ ਹੈ। ਇਸ ਲਈ ਇਸ ਨੂੰ ਜ਼ਿਆਦਾ ਲਮਕਾਉਣਾ ਦੋਵਾਂ ਧਿਰਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਹ ਕੇਵਲ ਵਕਤ ਅਤੇ ਧਨ ਦੀ ਬਰਬਾਦੀ ਹੈ, ਹੋਰ ਕੁਝ ਨਹੀਂ। ਮੀਡੀਏਸ਼ਨ ਵਾਲਾ ਵਕੀਲ ਚਾਹੁੰਦਾ ਸੀ ਕਿ ਅਸੀਂ ਦੋਵੇਂ ਧਿਰਾਂ ਫਿਰ ਤੋਂ ਕੇਸ ਬਾਰੇ ਸੋਚੀਏ ਅਤੇ ਵਿਚਾਰੀਏ। ਉਹ ਇਸ ਵਾਸਤੇ ਹੋਰ ਸਮਾਂ ਦੇਣਾ ਚਾਹੁੰਦਾ ਸੀ। ਕਿਸ਼ਤ 207ਵੀਂ। ਜਦ ਮੈਨੂੰ ਲੱਗਾ ਕਿ ਵਕੀਲ ਦਾ ਇਰਾਦਾ ਹੋਰ ਤਰੀਕ ਪਾਉਣ ਦਾ ਹੈ ਤਾਂ ਮੈਂ ਬੋਲ ਪਿਆ, ਸਰ, ਮੈਂ ਆਪਣਾ ਹੱਕ ਲਏ ਤੋਂ ਬਿਨਾਂ ਸਮਝੌਤਾ ਬਿਲਕੁਲ ਨਹੀਂ ਕਰਨਾ। ਤੁਹਾਡੇ ਵਾਲਾ ਫੈਸਲਾ ਤਾਂ ਪਹਿਲਾਂ ਵੀ ਮੀਡੀਏਸ਼ਨ ਵਾਲੇ ਵਕੀਲ ਸਾਹਿਬ ਇਸ ਅੰਕਲ ਨੂੰ ਸੁਣਾ ਗਏ ਸੀ। ਇਸ ਗੱਲ ਨੂੰ ਪੂਰਾ ਸਾਲ ਹੋਣ ਵਾਲਾ, ਇਹਨਾਂ ਨੇ ਸੋਚ ਹੀ ਲਿਆ ਹੋਣਾ। ਹੁਣ ਤਾਂ ਇਹਨਾਂ ਨੇ ਦੱਸਣਾ। ਇਹ ਸਾਹਮਣੇ ਬੈਠੇ ਨੇ, ਦੱਸ ਦੇਣ ਕਿ ਕੇਸ ਅੱਗੇ ਵਧਾਉਣਾ ਜਾਂ ਫਿਰ ਨਿਬੇੜਨਾ। ਮੇਰਾ ਸਹੀ ਹੱਕ ਮਿਲ ਜਾਵੇ, ਮੈਂ ਮਸਲੇ ਨੂੰ ਹੁਣੇ ਹੀ ਨਿਬੇੜਨ ਵਾਸਤੇ ਤਿਆਰ ਹਾਂ। ਗੁਰਨੇਕ ਬੋਲਿਆ, ਮੈਂ ਤਾਂ ਜੀ ਕੇਸ ਨੂੰ ਨਿਬੇੜ ਕੇ ਹੀ ਰਾਜੀ ਹਾਂ। ਮੈਨੂੰ ਤਾਂ ਇਹਨਾਂ 'ਤੇ ਤਰਸ ਆਉਂਦਾ ਕਿ ਵਿਚਾਰੇ ਛੁੱਟੀਆਂ ਲੈ ਲੈ ਕੇ ਆਉਂਦੇ ਨੇ। ਮੈਂ ਤਾਂ ਘਰੇ ਵਿਹਲਾ ਹੀ ਹੁੰਦਾ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਇਹ ਮੰਨਦੇ ਹੀ ਨਹੀਂ। ਗੁਰਨੇਕ ਨੇ ਆਪਣੇ ਵਿਹਲੇ ਹੋਣ ਅਤੇ ਸਾਡੀਆਂ ਛੁੱਟੀਆਂ ਲੈਣ ਵਾਲੀ ਗੱਲ ਨੂੰ ਇਸ ਤਰ੍ਹਾਂ ਖਚਰੇਪਣ ਨਾਲ ਪੇਸ਼ ਕੀਤਾ ਕਿ ਜਿਵੇਂ ਉਸ ਨੂੰ ਇਸ ਕੇਸ ਦੀ ਭੋਰਾ ਭਰ ਵੀ ਪਰਵਾਹ ਨਹੀਂ ਹੈ ਅਤੇ ਉਹ ਇਸ ਮਾਮਲੇ ਨੂੰ ਲਮਕਾ ਕੇ ਹੀ ਰਾਜੀ ਸੀ। ਮੈਨੂੰ ਉਸ ਦੀ ਇਸ ਗੱਲ 'ਤੇ ਖਿਝ ਆ ਗਈ ਅਤੇ ਯਾਦਵਿੰਦਰ ਨੂੰ ਗੁੱਸਾ ਚੜ੍ਹ ਗਿਆ। ਉਹ ਭੜਕ ਪਿਆ, ਅੰਕਲ, ਜਦ ਕਿਸੇ ਨੂੰ ਅਕਲ ਸਿਖਾਉਣੀ ਹੋਵੇ ਤਾਂ ਛੁੱਟੀਆਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਤੂੰ ਸੱਚਾਈ 'ਤੇ ਆ ਕਿ ਤੂੰ ਵੱਧ ਥਾਂ ਵਲਿਆ ਹੋਇਆ ਕਿ ਨਹੀਂ। ਅੱਗੋਂ ਸਗੋਂ ਤੂੰ ਸਾਡੇ ਨਾਲ ਚਲਾਕੀਆਂ ਕਰੀ ਜਾਂਦਾ। ਇੱਕ ਚੋਰ, ਦੂਜਾ ਚਤਰ। ਤੇਰੇ ਦਿਮਾਗ ਵਿੱਚ ਕੋਈ ਹੋਰ ਹੀ ਗੱਲ ਹੋਵੇਗੀ। ਤੇਰੇ ਵਰਗੇ ਨੂੰ ਪੜ੍ਹਨੇ ਪਾਉਣਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜਿਵੇਂ ਅਸੀਂ 42 ਡਿਗਰੀ ਤਾਪਮਾਨ ਵਿੱਚ ਧੁੱਪੇ ਸੜਦੇ ਫਿਰਦੇ ਆ ਨਾ, ਤੈਨੂੰ ਏਸੀ 'ਚੋਂ ਕੱਢ ਕੇ ਸੜਕਾਂ 'ਤੇ ਨਾ ਰੋਲਿਆ ਤਾਂ ਸਾਨੂੰ ਵੀ ਪਿਓ ਦੇ ਪੁੱਤ ਨਾ ਸਮਝੀ। ਯਾਦਵਿੰਦਰ ਦੀ ਗੱਲ ਸੁਣ ਕੇ ਉਹ ਘਬਰਾ ਗਿਆ ਸੀ ਅਤੇ ਘਬਰਾਹਟ ਵਿੱਚ ਬੋਲਿਆ, ਤੁਸੀਂ ਮੇਰੇ 'ਤੇ ਝੂਠੀਆਂ ਸ਼ਿਕਾਇਤਾਂ ਪਾਈ ਜਾਂਦੇ ਹੋ ਅਤੇ ਮੈਂ ਜਵਾਬ ਦੇਈ ਜਾਂਦਾ। ਜਾਓ, ਲਾ ਲਓ ਜ਼ੋਰ ਅਤੇ ਛਡਵਾ ਲਓ ਜਗ੍ਹਾ। ਮੈਂ ਗੁੱਸੇ ਨਾਲ ਆਖਿਆ, ਤੂੰ ਅੱਜ ਤੱਕ ਜਵਾਬ ਤਾਂ ਕੋਈ ਦਿੱਤਾ ਨਹੀਂ। ਮੇਰੇ ਕੋਲ ਨਗਰ ਨਿਗਮ ਦੀਆਂ RTIs ਪਈਆਂ ਨੇ। ਜੇ ਸੱਚਾਂ ਤਾਂ ਕੱਢ ਰਜਿਸਟਰੀ ਅਤੇ ਮਨਵਾ ਆਪਦੀ ਜਗ੍ਹਾ। ਜੇ ਅਸੀਂ ਝੂਠੇ ਹੋਏ ਤਾਂ ਮੂਤ ਨਾਲ ਦਾੜ੍ਹੀ ਮਨਵਾਉਣ ਲਈ ਵੀ ਤਿਆਰ ਹਾਂ। ਸਾਡੀਆਂ ਤਲਖੀ ਵਾਲੀਆਂ ਗੱਲਾਂ ਸੁਣ ਕੇ ਵਕੀਲ ਵੀ ਕੁਝ ਘਬਰਾ ਗਿਆ ਅਤੇ ਉਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਅਤੇ ਫਿਰ ਬੋਲਿਆ, ਓਏ, ਆਪਾਂ ਇੱਥੇ ਦੂਰੀਆਂ ਮਿਟਾਉਣ ਆਏ ਹਾਂ, ਵਧਾਉਣ ਨਹੀਂ। ਜੇ ਮੇਰੇ 'ਤੇ ਵਿਸ਼ਵਾਸ ਰੱਖੋਗੇ ਤਾਂ ਮੈਂ ਤੁਹਾਡੀਆਂ ਸਾਰੀਆਂ ਗਲਤਫਹਿਮੀਆਂ ਦੂਰ ਕਰ ਦੇਵਾਂਗਾ। ਸਾਨੂੰ ਤੁਹਾਡੇ 'ਤੇ ਪੂਰਾ ਵਿਸ਼ਵਾਸ ਹੈ ਜੀ, ਪਰ ਸਾਨੂੰ ਆਪਣਾ ਹੱਕ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਬਾਕੀ ਫੈਸਲਾ ਤਾਂ ਇਸ ਅੰਕਲ ਦੇ ਹੱਥ ਹੈ। ਯਾਦਵਿੰਦਰ ਨੇ ਆਪਣਾ ਫੈਸਲਾ ਸੁਣਾ ਦਿੱਤਾ। ਅਸੀਂ ਦੋਵੇਂ ਚੁੱਪ ਕਰਕੇ ਬੈਠ ਗਏ ਅਤੇ ਉਹਨਾਂ ਦੋਵਾਂ ਦੇ ਫੈਸਲੇ ਦੀ ਉਡੀਕ ਕਰਨ ਲੱਗ ਪਏ। ਕਿਸ਼ਤ 208ਵੀਂ। ਹੁਣ ਫਿਰ ਵਕੀਲ ਗੁਰਨੇਕ ਨੂੰ ਆਪਣੀ ਜਿੱਦ ਛੱਡਣ ਲਈ ਸਮਝਾਉਣ ਲੱਗ ਪਿਆ, ਪਰ ਉਹ ਟਸ ਤੋਂ ਮਸ ਨਹੀਂ ਸੀ ਹੋ ਰਿਹਾ। ਵਕੀਲ ਦੇ ਬੜਾ ਜ਼ਿਆਦਾ ਸਮਝਾਉਣ ਤੋਂ ਬਾਅਦ ਸ਼ਰਮੋ ਸ਼ਰਮੀ ਗੁਰਨੇਕ ਆਖਣ ਲੱਗਾ, ਮੈਂ ਹੁਣ ਤਾਂ ਕੋਈ ਸਮਝੌਤਾ ਨਹੀਂ ਕਰ ਸਕਦਾ ਜੀ। ਅਸੀਂ ਗਲੀ ਵਿੱਚ ਕੋਈ ਸਿਆਣੇ ਬੰਦਿਆਂ ਦਾ ਇਕੱਠ ਕਰਕੇ ਇਸ ਮਸਲੇ ਨੂੰ ਨਿਬੇੜਨ ਦਾ ਕੋਈ ਸੋਚ ਲਵਾਂਗੇ। ਚਲੋ ਠੀਕ ਹੈ, ਮੈਂ ਤੁਹਾਨੂੰ 1 ਹਫ਼ਤੇ ਦਾ ਸਮਾਂ ਦੇ ਦਿੰਦਾ। ਜੇ ਉੱਥੇ ਨਿਬੜ ਗਿਆ ਤਾਂ ਠੀਕ ਹੈ, ਨਹੀਂ ਅਗਲੇ ਮੰਗਲਵਾਰ ਫਿਰ ਆ ਜਾਇਓ। ਵਕੀਲ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ। ਮੈਂ
ਵਕੀਲ ਨੂੰ ਸੁਚੇਤ ਕਰਨਾ ਚਾਹਿਆ, ਸਰ 1 ਤਰੀਕ ਤੋਂ ਤਾਂ ਕੋਰਟ ਵਿੱਚ ਛੁੱਟੀਆਂ ਹੋ ਜਾਣੀਆਂ ਨੇ, ਫਿਰ ਤਾਂ ਮਸਲਾ ਛੁੱਟੀਆਂ ਤੋਂ ਬਾਅਦ ਤੇ ਹੀ ਜਾਵੇਗਾ ਅਤੇ ਤਰੀਕ ਵੀ ਬਾਅਦ ਵਿੱਚ ਹੀ ਪਾਉਣੀ ਪਵੇਗੀ। ਕੋਈ ਨਹੀਂ, ਮੈਂ ਆਪੇ ਜੱਜ ਸਾਹਿਬ ਨਾਲ ਗੱਲ ਕਰਕੇ ਤੁਹਾਡੀ ਤਰੀਕ ਪਵਾ ਦੇਵਾਂਗਾ, ਤੁਸੀਂ ਫਿਕਰ ਨਾ ਕਰੋ। ਰਹੀ ਗੱਲ ਕੋਰਟ ਦੀ, ਬਸ ਤੁਸੀਂ ਮਿੱਥੇ ਵੇਲੇ 'ਤੇ ਆ ਜਾਣਾ, ਬਾਕੀ ਮੈਂ ਵੇਖ ਲਵਾਂਗਾ। ਉਂਝ ਮੈਂ ਵੀ ਗੁਰਨੇਕ ਸਿੰਘ ਦੇ ਕੇਸ ਲੜਨ ਵਾਂਗ ਵਿਹਲਾ ਹੀ ਹੁੰਦਾ, ਇਸ ਲਈ ਇੱਥੇ ਆ ਕੇ ਇਹਨਾਂ ਵਾਂਗ ਬੈਠ ਜਾਂਦਾ। ਵਕੀਲ ਨੇ ਗੱਲ ਦਾ ਪਹਿਲਾ ਅੱਧ ਗੰਭੀਰਤਾ ਨਾਲ ਕਿਹਾ ਅਤੇ ਬਾਕੀ ਹਸਾ ਕੇ ਸਾਡਾ ਮੂਡ ਠੀਕ ਕਰ ਲਈ। ਕੋਰਟ ਤੋਂ ਬਾਹਰ ਆਉਂਦੇ ਵਕਤ ਯਾਦਵਿੰਦਰ ਨੇ ਮੈਨੂੰ ਗੰਭੀਰ ਹੁੰਦੇ ਹੋਏ ਆਖਿਆ, ਯਾਰ ਮੈਨੂੰ ਨਹੀਂ ਲੱਗਦਾ ਕਿ ਗੁਰਨੇਕਾ ਆਪਣੇ ਨਾਲ ਕੋਈ ਸਮਝੌਤਾ ਕਰਨਾ ਚਾਹੁੰਦਾ। ਉਹਨੂੰ ਤਾਂ ਇਹੀ ਲੱਗਦਾ ਕਿ ਮੈਂ ਇਹਨਾਂ ਨੂੰ ਖਰਾਬ ਕਰੀ ਚੱਲਾਂ। ਆਪਾਂ ਨੂੰ ਧੱਕੇ ਖਾਂਦਿਆਂ ਨੂੰ ਸਾਲ ਹੋ ਗਿਆ, ਇਹ ਆਪਾਂ ਨੂੰ ਅਜੇ ਹੋਰ ਖਰਾਬ ਕਰੇਗਾ। ਹਾਂ ਯਾਰ, ਉਹਦੀਆਂ ਗੱਲਾਂ ਤੋਂ ਤਾਂ ਲੱਗਿਆ ਮੈਨੂੰ ਵੀ ਇਹੀ ਆ, ਪਰ ਹੁਣ ਕੀਤਾ ਵੀ ਕੀ ਜਾ ਸਕਦਾ, ਆਪਦਾ ਨੁਕਸਾਨ ਹੀ ਕਰਾਵੇਗਾ। ਮੈਂ ਦ੍ਰਿੜਤਾ ਨਾਲ ਆਖਿਆ ਸੀ। ਉਹ ਬੋਲਿਆ, ਗੱਲ ਸੁਣ ਯਾਰ, ਇਹ ਲੱਤਾਂ ਦਾ ਭੂਤ ਆ, ਇਹ ਗੱਲਾਂ ਨਾਲ ਨਹੀਂ ਮੰਨਣਾ। ਆਪਾਂ ਇਹਦੇ ਨਜਾਇਜ਼ ਕਬਜ਼ੇ ਦੀ ਸ਼ਿਕਾਇਤ ਉੱਪਰ ਤੱਕ ਕਰ ਹੀ ਦਈਏ, ਫਿਰ ਭੱਜੂਗਾ। ਕਰਨੀ ਤਾਂ ਇਹਦੀ ਵੀ ਪੈਣੀ ਆ ਅਤੇ ਨਗਰ ਨਿਗਮ ਦੀ ਵੀ, ਕਿ ਉਹ ਇਸ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਜੇ ਈਓ ਬਰਾੜ ਨਾ ਬਦਲਦਾ ਤਾਂ ਉਹਨੇ ਆਪਣਾ ਸਾਰਾ ਮਸਲਾ 2 ਦਿਨਾਂ ਵਿੱਚ ਹੀ ਹੱਲ ਕਰਵਾ ਦੇਣਾ ਸੀ। ਚੱਲ ਹੁਣ ਸੋਚ ਕਿ ਸ਼ਿਕਾਇਤ ਇਹੋ ਜਿਹੀ ਹੋਵੇ ਕਿ ਜਿਸ ਤੋਂ ਮੌਕੇ ਦਾ ਅਧਿਕਾਰੀ ਭੱਜ ਨਾ ਸਕੇ। ਮੈਂ ਯਾਦਵਿੰਦਰ ਨੂੰ ਆਖਿਆ ਸੀ। ਉਹ ਬੋਲਿਆ, ਘਰ ਚੱਲ, ਸ਼ਿਕਾਇਤ ਤਾਂ ਹੋ ਹੀ ਲੈ, ਇਹਨੂੰ ਕਤੀੜ ਨੂੰ ਪਤੀੜਾਂ ਵੇਖੀ ਕਿਵੇਂ ਪੈਂਦੀਆਂ। ਇਹ ਆਪਾਂ ਨੂੰ ਮਜਬੂਰ ਹੀ ਇੰਨਾ ਕਰੀ ਜਾਂਦਾ ਕਿ ਇਹਦਾ ਕੋਈ ਟਿਕਾਊ ਹੱਲ ਕਰਨਾ ਹੀ ਪੈਣਾ। ਯਾਦਵਿੰਦਰ ਨੇ ਹੌਕਾ ਵੀ ਲਿਆ ਸੀ। ਕਿਸ਼ਤ 209ਵੀਂ। ਘਰ ਪੁੱਜਦੇ ਸਾਰ ਹੀ ਅਸੀਂ ਗੁਰਨੇਕ ਦੀਆਂ ਨਗਰ ਨਿਗਮ ਨੂੰ ਕੀਤੀਆਂ ਸਾਰੀਆਂ ਸ਼ਿਕਾਇਤਾਂ ਅਤੇ ਸਮੇਂ-ਸਮੇਂ 'ਤੇ ਨਗਰ ਨਿਗਮ ਨੂੰ ਪਾਈਆਂ ਗਈਆਂ ਅਤੇ ਪ੍ਰਾਪਤ ਹੋਈਆਂ RTI ਦੀਆਂ ਕਾਪੀਆਂ ਨੂੰ ਲੜੀਬੱਧ ਕਰ ਲਿਆ। ਸਾਨੂੰ ਇੱਕ RTI ਦਾ ਜਵਾਬ, ਜਿਹੜਾ ਕਿ ਕੁਝ ਦਿਨ ਪਹਿਲਾਂ ਹੀ ਪ੍ਰਾਪਤ ਹੋਇਆ ਸੀ, ਉਹ ਸਾਡੇ ਕੇਸ ਲਈ ਬੜਾ ਹੀ ਲਾਹੇਵੰਦਾ ਭਾਸਿਆ। ਇਸ ਵਿੱਚ ਨਗਰ ਨਿਗਮ ਨੇ ਮੰਨਿਆ ਸੀ ਕਿ ਗੁਰਨੇਕ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਹਨ, ਪਰ ਉਸ ਨੇ ਇਹਨਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਹੈ। ਦੂਜੇ ਪਹਿਰੇ ਵਿੱਚ ਦੱਸਿਆ ਗਿਆ ਸੀ ਕਿ ਉਸ ਉੱਪਰ ਕਾਨੂੰਨੀ ਕਾਰਵਾਈ ਇਸ ਲਈ ਨਹੀਂ ਕੀਤੀ ਜਾ ਸਕੀ ਹੈ ਕਿਉਂਕਿ ਨਗਰ ਨਿਗਮ ਕੋਲ ਗੁਰਨੇਕ ਸਿੰਘ ਦੁਆਰਾ ਪਾਸ ਕਰਵਾਏ ਗਏ ਨਕਸ਼ੇ, ਸੀਵਰੇਜ ਅਤੇ ਪਾਣੀ ਦਾ ਕੁਨੈਕਸ਼ਨ ਲੈਣ ਦਾ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਹੁਣ ਸਾਡੇ ਕੋਲ ਸਰਕਾਰੀ ਤੌਰ 'ਤੇ ਪੱਕਾ ਸਬੂਤ ਹੱਥ ਆ ਚੁੱਕਾ ਸੀ, ਜਿਸ ਵਿੱਚ ਗੁਰਨੇਕ ਸਾਲ ਬੀਤ ਜਾਣ ਦੇ ਬਾਵਜੂਦ ਆਪਣੀ ਰਜਿਸਟਰਡ ਡੀਡ ਨਗਰ ਨਿਗਮ ਕੋਲ ਜਾਣ ਬੁੱਝ ਕੇ ਪੇਸ਼ ਨਹੀਂ ਕਰ ਰਿਹਾ ਸੀ। ਦੂਜਾ ਇਹ ਕਿ ਜਦ ਉਸ ਦੇ ਮਕਾਨ ਵਿੱਚ ਸੀਵਰੇਜ ਅਤੇ ਪਾਣੀ ਦਾ ਕਨੈਕਸ਼ਨ ਦਿੱਤਾ ਗਿਆ ਹੈ ਤੇ ਉਸ ਦੇ ਮਕਾਨ ਦੇ ਨਕਸ਼ੇ ਨੂੰ ਵੀ ਨਗਰ ਨਿਗਮ ਦੁਆਰਾ ਪਾਸ ਕੀਤਾ ਗਿਆ ਹੈ, ਤਾਂ ਰਿਕਾਰਡ ਮੌਜੂਦ ਨਾ ਹੋਣ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਜਦ ਸਰਕਾਰ ਨੇ ਹਰ ਇੱਕ ਨੂੰ ਪ੍ਰਾਪਰਟੀ ਟੈਕਸ ਭਰਨਾ ਜ਼ਰੂਰੀ ਕੀਤਾ ਹੋਇਆ ਹੈ, ਜਿਸ ਨੂੰ ਜਮ੍ਹਾਂ ਕਰਵਾਉਣ ਵੇਲੇ ਇੱਕ ਫਾਰਮ ਦੇ ਨਾਲ ਮਕਾਨ ਦੀ ਰਜਿਸਟਰੀ ਦੀ ਕਾਪੀ ਵੀ ਨੱਥੀ ਕਰਵਾਈ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਨਗਰ ਨਿਗਮ ਝੂਠੀ ਜਾਣਕਾਰੀ ਦੇ ਰਿਹਾ ਹੈ ਜਾਂ ਫਿਰ ਗੁਰਨੇਕ ਆਪਣਾ ਪ੍ਰਾਪਰਟੀ ਟੈਕਸ ਹੀ ਜਮ੍ਹਾਂ ਨਹੀਂ ਕਰਵਾ ਰਿਹਾ ਹੈ। ਜੇਕਰ ਉਹ ਟੈਕਸ ਜਮ੍ਹਾਂ ਕਰਵਾ ਰਿਹਾ ਹੈ ਤਾਂ ਨਗਰ ਨਿਗਮ ਦੇ ਕਰਮਚਾਰੀ ਮਿਲੀ ਭੁਗਤ ਨਾਲ ਹੀ ਉਸ ਦਾ ਰਿਕਾਰਡ ਦੇਣ ਤੋਂ ਆਨਾਕਾਨੀ ਕਰ ਰਹੇ ਹਨ। ਅਸੀਂ ਉਪਰੋਕਤ ਸਾਰੇ ਤੱਥਾਂ ਨੂੰ ਇੱਕ ਤਰਤੀਬ ਵਿੱਚ ਲਿਖ ਕੇ ਆਪਣੀ ਸ਼ਿਕਾਇਤ ਤਿਆਰ ਕਰਕੇ ਰੱਖ ਲਈ। ਇਹ ਵੀ ਫੈਸਲਾ ਕਰ ਲਿਆ
ਕਿ ਕੇਵਲ 1 ਹਫ਼ਤੇ ਦਾ ਇੰਤਜ਼ਾਰ ਹੀ ਕਰਨਾ ਹੈ। ਜੇਕਰ ਇਹਨਾਂ 7 ਦਿਨਾਂ ਵਿੱਚ ਕੁਝ ਨਹੀਂ ਹੁੰਦਾ ਤਾਂ ਇਸ ਸ਼ਿਕਾਇਤ ਨੂੰ ਸੰਬੰਧਿਤ ਵਿਭਾਗ ਨੂੰ ਭੇਜ ਦੇਣਾ ਹੈ। 2-3 ਦਿਨ ਲੰਘ ਚੁੱਕੇ ਸਨ। ਹੁਣ ਤਾਂ ਸਭ ਨੂੰ ਇਸ ਤਰ੍ਹਾਂ ਦੇ ਲਾਰਿਆਂ ਨਾਲ ਮਨ ਪਰਚਾਉਣ ਦੀ ਆਦਤ ਪੈ ਗਈ ਸੀ। ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਜਦ ਦੂਜੀ ਧਿਰ ਦੇ ਸਭ ਬੰਦਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤਾਂ ਉਹ ਆਪਣੀ ਗਲਤੀ ਕਿਉਂ ਨਹੀਂ ਮੰਨ ਰਹੇ। ਉਹ ਅੜੀ ਕਿਉਂ ਕਰ ਰਹੇ ਹਨ। ਝੂਠੇ ਹੋਣ ਕਾਰਨ ਸ਼ਾਇਦ ਉਹਨਾਂ ਦਾ ਅੰਦਰਲਾ ਹੀਣ ਭਾਵ ਇੰਨਾ ਜ਼ਿਆਦਾ ਭਾਰੂ ਹੋਇਆ ਸੀ ਕਿ ਉਹਨਾਂ ਨੂੰ ਸਾਡਾ ਸਾਹਮਣਾ ਕਰਨਾ ਔਖਾ ਲੱਗ ਰਿਹਾ ਸੀ। ਕਿਸ਼ਤ 210ਵੀਂ। 1 ਜੂਨ ਨੂੰ ਸਕੂਲਾਂ ਅਤੇ ਅਦਾਲਤਾਂ ਵਿੱਚ ਛੁੱਟੀਆਂ ਹੋ ਚੁੱਕੀਆਂ ਸਨ। ਪਿਛਲੇ ਸਾਲ ਵਾਂਗ ਇਸ ਵਾਰ ਵੀ ਮੈਂ ਆਪਣੇ ਸਾਥੀਆਂ ਨਾਲ ਬਾਹਰ ਘੁੰਮਣ ਫਿਰਨ ਦਾ ਕੋਈ ਵੀ ਪ੍ਰੋਗਰਾਮ ਨਾ ਬਣਾ ਸਕਿਆ। ਮੈਂ ਇਸ ਬਣ ਰਹੇ ਪ੍ਰੋਗਰਾਮ ਨੂੰ ਖੁਦ ਹੀ ਬਹਾਨਾ ਬਣਾ ਕੇ ਟਾਲ ਦਿੱਤਾ ਸੀ। ਆਪਣੇ ਇਸ ਹੋ ਰਹੇ ਸਮਝੌਤੇ ਦੀ ਮੈਂ ਕਿਸੇ ਕੋਲ ਵੀ ਭਾਫ਼ ਤੱਕ ਨਹੀਂ ਨਿਕਲਣ ਦਿੱਤੀ ਸੀ। ਛੁੱਟੀਆਂ ਹੋਣ ਸਦਕਾ ਮੇਰੇ ਮਨ ਵਿੱਚੋਂ ਵਾਰ-ਵਾਰ ਛੁੱਟੀਆਂ ਲੈਣ ਦੀ ਚਿੰਤਾ 1 ਮਹੀਨੇ ਲਈ ਟਲ ਗਈ ਸੀ। ਮੀਡੀਏਸ਼ਨ ਦੀ ਅਗਲੀ ਤਾਰੀਖ ਵੀ ਆ ਗਈ। ਅਸੀਂ ਫਿਰ ਜਾ ਹਾਜ਼ਰ ਹੋਏ। ਵਕੀਲ ਨੇ ਸਾਨੂੰ ਸਵਾਲ ਕੀਤਾ, ਕਿਉਂ ਕੁਝ ਨਿਬੜਿਆ? ਨਹੀਂ ਸਰ, ਇਕੱਠ ਹੀ ਨਹੀਂ ਹੋਇਆ, ਮੈਂ ਆਖਿਆ ਸੀ। ਗਰਨੇਕ ਬੋਲਿਆ, ਨਹੀਂ ਜੀ, ਅਸੀਂ MC ਸਾਹਿਬ ਨਾਲ ਸੰਪਰਕ ਕੀਤਾ ਸੀ ਪਰ ਉਹ ਵਿਹਲੇ ਨਹੀਂ ਸੀ, ਇਸ ਲਈ ਸਾਨੂੰ 1 ਹਫ਼ਤੇ ਦਾ ਸਮਾਂ ਹੋਰ ਦੇ ਦਿਓ। ਉਸ ਨੇ ਆਪਣੇ ਵੱਲੋਂ ਸਫਾਈ ਵੀ ਦਿੱਤੀ ਸੀ। ਵਕੀਲ ਨੇ ਗਰਨੇਕ ਨੂੰ ਸਿੱਧਾ ਸਵਾਲ ਕੀਤਾ, ਤੁਸੀਂ ਦੱਸੋ, ਕੇਸ ਵਾਪਸ ਲੈਣਾ ਕਿ ਨਹੀਂ, ਆਪਾਂ ਗੱਲ ਨਿਬੇੜੀਏ। ਨਹੀਂ ਜੀ, ਮੈਂ ਇਕੱਲਾ ਕੁਝ ਨਹੀਂ ਆਖ ਸਕਦਾ, ਅਸੀਂ ਉੱਥੇ ਹੀ ਸਾਰੀ ਗੱਲ ਕਰਾਂਗੇ, ਬਸ 1 ਹਫ਼ਤੇ ਦਾ ਸਮਾਂ ਹੋਰ ਦੇ ਦਿਓ ਜੀ ਬਸ। ਗਰਨੇਕ ਦੀਆਂ ਗੱਲਾਂ 'ਚੋਂ ਚਲਾਕੀ ਸਾਫ਼ ਝਲਕ ਰਹੀ ਸੀ। ਯਾਰ, ਤੂੰ ਹਫ਼ਤਾ ਛੱਡ, ਮੇਰੇ ਕੋਲੋਂ 15 ਦਿਨ ਦਾ ਸਮਾਂ ਲੈ ਜਾ। ਤੁਸੀਂ ਆਹ ਮੰਗਲਵਾਰ ਛੱਡ ਕੇ ਅਗਲੇ ਮੰਗਲਵਾਰ ਨੂੰ ਆਇਓ। ਵਕੀਲ ਨੇ 15 ਦਿਨ ਦੀ ਤਰੀਕ ਪਾ ਕੇ ਸਾਨੂੰ ਤੋਰ ਦਿੱਤਾ ਸੀ। ਬਾਹਰ ਆ ਕੇ ਮੈਂ MC ਨੂੰ ਫੋਨ ਕਰਕੇ ਪੁੱਛਿਆ ਕਿ ਕੀ ਦੂਜੀ ਧਿਰ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਨਾਲ ਇਸ ਮਾਮਲੇ ਵਿੱਚ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਸੀ ਤੇ ਪਿਛਲਾ ਸਾਰਾ ਹਫ਼ਤਾ ਉਹ ਕਿਤੇ ਬਾਹਰ ਵੀ ਨਹੀਂ ਸੀ ਗਿਆ। ਸਾਨੂੰ ਗਰਨੇਕ ਦੀ ਇਸ ਨਵੀਂ ਚੁਸਤੀ ਵਾਲੇ ਦਾਅ 'ਤੇ ਬੜਾ ਹੀ ਗੁੱਸਾ ਆਇਆ। ਘਰ ਪੁੱਜਦੇ ਸਾਰ ਅਸੀਂ ਪਹਿਲਾਂ ਹੀ ਲਿਖੀ ਪਈ ਸ਼ਿਕਾਇਤ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਦੀ ਆਮ ਜਨਤਾ ਦੇ ਦਰਬਾਰ ਵਾਲੇ ਈਮੇਲ ਐਡਰੈਸ 'ਤੇ ਮੇਲ ਕਰ ਦਿੱਤਾ।